ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਆਇਲਸ ਪ੍ਰੈਪਰੇਸ਼ਨ ਵਿੱਚ ਜਿਹਦੇ ਵਿੱਚ ਅਸੀਂ ਇੱਕ ਲੜੀ ਚਲਾ ਰਹੇ ਹਾਂ ਆਇਲਸ ਦੀ ਜਿਹਦੇ ਵਿੱਚ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਆਇਲਸ ਬਾਰੇ ਸਾਰਾ ਦੱਸ ਰਹੀ ਹਾਂ ਤੇ ਅਸੀਂ ਕਰ ਰਹੇ ਸੀਗੇ ਜੀ ਰੀਡਿੰਗ। ਪਿਛਲੀ ਵੀਡੀਓ 'ਚ ਮੈਂ ਤੁਹਾਨੂੰ ਕੁਝ ਟਿਪਸ ਤੇ ਟ੍ਰਿਕਸ ਦਿੱਤੀਆਂ ਸੀ ਰੀਡਿੰਗ ਬਾਰੇ ਤੇ ਸਾਰਾ ਕੁਝ ਡਿਫਰੈਂਸ ਸਮਝਾਇਆ ਸੀ ਜਨਰਲ ਤੇ ਅਕੈਡਮਿਕ ਰੀਡਿੰਗ ਦਾ। ਤੇ ਅੱਜ ਕੁਝ ਸੈਂਪਲਸ ਆਪਾਂ ਕਰਨ ਵਾਲੇ ਆ ਕਿ ਜਿੰਨੇ ਵੀ ਟਾਈਪਸ ਨੇ ਰੀਡਿੰਗ ਦੇ ਕੁਐਸਚਨਸ ਤੇ ਜਿਹੜੇ ਟਾਈਪ ਦੇ ਹਨ ਰੀਡਿੰਗ 'ਚ ਕੁਐਸਚਨ ਆ ਸਕਦੇ ਆ ਮੈਂ ਉਹ ਆਹ ਕੁਝ ਵੀਡੀਓਜ਼ ਦੇ ਵਿੱਚ ਕਵਰ ਕਰੂੰਗੀ ਤਾਂ ਕਿ ਤੁਹਾਡੇ ਨਾਲ ਹਰ ਇੱਕ ਤਰੀਕੇ ਦਾ ਜਿਹੜਾ ਰੀਡਿੰਗ ਦਾ ਕੁਐਸਚਨ ਹੁੰਦਾ ਉਹ ਡਿਸਕਸ ਕਰ ਸਕਾਂ ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਕਿੱਦਾਂ ਅਟੈਂਪਟ ਕਰਨਾ ਆ। ਤੇ ਅੱਜ ਅਸੀਂ ਪਹਿਲਾਂ ਤੇ ਮੈਚਿੰਗ ਫੀਚਰਸ ਵੇਖਾਂਗੇ ਜੀ। ਉਸ ਤੋਂ ਬਾਅਦ ਵਿੱਚੋਂ ਅਸੀਂ ਵੇਖਣਾ ਹੈ ਟੇਬਲ ਕੰਪਲੀਸ਼ਨ ਕਿ ਕਿੱਦਾਂ ਕਰਨੀ ਆ ਤੇ ਫਿਰ ਅਖੀਰ ਦੇ ਵਿੱਚ ਫਲੋ ਚਾਰਟ ਦੱਸੂਗੀ ਜੀ ਮੈਂ। ਤਾਂ ਚਲੋ ਸ਼ੁਰੂ ਕਰਦੇ ਹਾਂ ਮੈਚਿੰਗ ਫੀਚਰਸ ਦੇ ਨਾਲ। ਤਾਂ ਜਿਵੇਂ ਤੁਸੀਂ ਵੇਖ ਸਕਦੇ ਹੋ ਮੈਂ ਇੱਕ ਸੈਂਪਲ ਰੀਡਿੰਗ ਲਈ ਆ ਅਤੇ ਇਹ 'ਚ 7 ਤੋਂ 10 ਤੱਕ ਆਪਾਂ ਕੁਐਸਚਨਸ ਵੇਖਣੇ ਆ ਤੇ ਇਹਨਾਂ ਨੂੰ ਸੋਲਵ ਕਰਨਾ। ਇਹ 'ਚ ਫੀਚਰਸ ਨੇ ਜਿਹੜੇ ਆਪਾਂ ਮੈਚ ਕਰਨੇ ਆ। ਤਾਂ ਜਿਵੇਂ ਕਿ ਮੈਂ ਹਮੇਸ਼ਾ ਆਨੀ ਆ ਕਿ ਜਦੋਂ ਵੀ ਅਸੀਂ ਰੀਡਿੰਗ ਕਰਨੀ ਆ ਸਭ ਤੋਂ ਪਹਿਲਾਂ ਅਸੀਂ ਕੁਐਸਚਨਸ ਵੇਖਣੇ ਆ ਤੇ ਕੁਐਸਚਨਸ ਤੇ ਝਾਤੀ ਮਾਰਨੀ ਆ। ਧਿਆਨ ਨਾਲ ਸਭ ਤੋਂ ਪਹਿਲਾਂ ਇੰਸਟਰਕਸ਼ਨਸ ਪੜ੍ਹਨੇ ਆ ਠੀਕ ਆ। ਤੇ ਜਿਵੇਂ ਕਿ ਅਸੀਂ ਵੇਖ ਸਕਦੇ ਆ ਅਸੀਂ ਇਹਦੇ ਵਿੱਚ 7 ਤੋਂ 10 ਤੱਕ ਕੁਐਸਚਨਸ ਦੇ ਆਨਸਰ ਦੇਣੇ ਆ। ਕਹਿੰਦੇ ਆ look at the following items and the list of groups below। ਸਾਨੂੰ ਪਤਾ ਲੱਗ ਗਿਆ ਕਿ ਇਹ 7 ਤੋਂ 10 ਤੱਕ ਆਈਟਮਸ ਨੇ ਤੇ ਥੱਲੇ ਇੱਕ ਲਿਸਟ ਦਿੱਤੀ ਆ ਇਨਵੈਂਟਰਸ ਦੀ ਠੀਕ ਆ। ਉਸ ਤੋਂ ਬਾਅਦ ਹੁਣ ਅਸੀਂ ਕਰਨਾ ਕੀ ਹੈ ਇਹ 'ਚ ਕਹਿੰਦੇ ਮੈਚ ਈਚ ਆਈਟਮ ਵਿਦ ਦ ਗਰੁੱਪ ਵਿਚ ਫਸਟ ਇਨਵੈਂਟਡ ਔਰ ਯੂਜ਼ them। ਤੇ ਸਾਨੂੰ ਪਤਾ ਲੱਗ ਗਿਆ ਅਸੀਂ ਕੀ ਕਰਨਾ ਮੈਚ ਕਰਨਾ ਹਰ ਇੱਕ ਆਈਟਮ ਨੂੰ ਉਸ ਗਰੁੱਪ ਨਾਲ ਜਿੰਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਇਨਵੈਂਟ ਕੀਤਾ ਜਾਂ ਯੂਜ਼ ਕੀਤਾ ਠੀਕ ਆ। ਹੁਣ ਕਹਿੰਦੇ ਆ ਅਸੀਂ ਕਰੈਕਟ ਲੈਟਰ ਲਿਖਣੇ ਆ ਏ ਤੋਂ ਲੈ ਕੇ ਈ ਦੇ ਵਿੱਚ ਬਾਕਸਿਸ 7 ਤੋਂ ਲੈ ਕੇ 10 ਤੱਕ ਦੇ ਸਾਹਮਣੇ ਠੀਕ ਆ। ਜਿਵੇਂ ਪਹਿਲਾਂ ਅਸੀਂ ਕੁਐਸਚਨਸ ਵੇਖ ਲੈਂਦੇ ਆ ਪਹਿਲਾਂ ਹੈਗਾ ਬਲੈਕ ਪਾਊਡਰ ਕਿ ਸਭ ਤੋਂ ਪਹਿਲਾਂ ਬਲੈਕ ਪਾਊਡਰ ਕਿੰਨੇ ਇਨਵੈਂਟ ਕੀਤਾ ਜਾਂ ਫਿਰ ਉਹਨੂੰ ਯੂਜ਼ ਕੀਤਾ। 8th ਹੈਗਾ ਰੌਕੇਟ ਪ੍ਰੋਪੈਲਡ ਐਰੋਜ਼ ਫॉर ਫਾਈਟਿੰਗ ਠੀਕ ਆ। ਇਹ ਵੀ ਧਿਆਨ ਨਾਲ ਪੜ੍ਹ ਲਓ ਰੌਕੇਟਸ ਐਜ਼ ਵਾਰ ਵੈਪਨਸ ਕਿੰਨੇ ਯੂਜ਼ ਕੀਤੇ ਤੇ ਦ ਰੌਕੇਟ ਲਾਂਚਰ ਸਭ ਤੋਂ ਪਹਿਲਾਂ ਕਿੰਨੇ ਯੂਜ਼ ਕੀਤਾ ਜਾਂ ਇਨਵੈਂਟ ਕੀਤਾ ਠੀਕ ਆ। ਤੇ ਜਿਹੜੀਆਂ ਇਨਵੈਂਸ਼ਨਸ ਦੀਆਂ ਸਾਨੂੰ ਆਪਸ਼ਨਸ ਦਿੱਤੀਆਂ ਨੇ ਉਹ ਨੇ ਚਾਈਨੀਜ਼ ਇੰਡੀਅਨਸ ਬ੍ਰਿਟਿਸ਼ ਅਰਬਸ ਤੇ ਅਮਰੀਕਨਸ ਠੀਕ ਆ ਜੀ। ਤੁਸੀਂ ਵੇਖ ਸਕਦੇ ਇਹਨਾਂ ਦੇ ਸਾਹਮਣੇ ABCD ਦਾ ਨੰਬਰ ਆ ਠੀਕ ਆ। ਤੇ ਇਹਨੂੰ ਆਪਾਂ ਕਿੱਦਾਂ ਅਟੈਂਪਟ ਕਰਨਾ ਮੰਨ ਲਓ ਜਿਹੜਾ ਬਲੈਕ ਪਾਊਡਰ ਆ ਉਹ ਇੰਡੀਅਨਸ ਨੇ ਸੁਪੋਜ਼ ਕਰੋ ਜੇ ਇਨਵੈਂਟ ਕੀਤਾ ਤੇ ਆਪਾਂ ਇੰਡੀਅਨਸ ਕਿਹੜੇ ਨੰਬਰ ਤੇ 20 ਤੇ ਆ ਤੇ ਆਪਾਂ 7 ਦਾ ਆਨਸਰ ਕੀ ਦੇਵਾਂਗੇ B। ਸੋ ਇਹ ਤਰੀਕਾ ਜੇ ਅਟੈਂਪਟ ਕਰਨ ਦਾ। ਹੁਣ ਤੁਸੀਂ ਕੁਐਸਚਨਸ ਵੇਖ ਲਏ ਚਲੋ ਹੁਣ ਆਪਾਂ ਇੱਕ ਵਾਰੀ ਕੁਐਸਚਨਸ ਵੇਖਣ ਤੋਂ ਬਾਅਦ ਪੈਸੇਜ 'ਚ ਜਾਣਾ ਆ ਤੇ ਜਿਹੜੇ ਅਸੀਂ ਮੇਨ ਵਰਡਸ ਵੇਖਿਆ ਉਹਨਾਂ ਨੂੰ ਹਾਈਲਾਈਟ ਕਰ ਲੈਣਾ। ਪਹਿਲਾਂ ਤੇ ਆਪਾਂ ਜਿਹੜੀ ਨਾਮ ਵੇਖੀ ਜਿੱਥੇ ਵੀ ਕੋਈ ਰੈਲੀਵੈਂਟ ਚੀਜ਼ ਲੱਭਦੀ ਉਹਨੂੰ ਉੱਤੋਂ ਆਪਾਂ ਸਕਿਮ ਐਂਡ ਸਕੈਨ ਕਰਨਾ ਮਤਲਬ ਸਾਰਾ ਪੜ੍ਹਨ ਨਹੀਂ ਬਹਿਣਾ ਉੱਤੋਂ ਝਾਤੀ ਮਾਰਨੀ ਆ। ਜਿੱਥੇ ਕੋਈ ਰੈਲੀਵੈਂਟ ਵਰਡ ਲੱਭਦਾ ਮੈਂ ਉਹਨੂੰ ਅੰਡਰਲਾਈਨ ਕਰ ਲੂੰਗੀ ਜਾਂ ਹਾਈਲਾਈਟ ਕਰ ਲੂੰਗੀ ਠੀਕ ਹੈ ਜੀ। ਬਲੈਕ ਪਾਊਡਰ ਤੁਹਾਨੂੰ ਯਾਦ ਹੀ ਆ ਸਭ ਤੋਂ ਪਹਿਲਾਂ ਅਸੀਂ ਵੇਖਿਆ ਠੀਕ ਆ। ਅੱਛਾ ਚਾਈਨੀਜ਼ ਓਕੇ ਆਹ ਲਾਈਨ ਪੜ੍ਹੋ ਜੇ ਤੁਸੀਂ The invention of rockets is linked inextricably with the invention of black powder। ਸਾਨੂੰ ਪਤਾ ਲੱਗ ਗਿਆ ਬਲੈਕ ਪਾਊਡਰ ਦੀ ਗੱਲ ਹੋਣ ਦੀ ਆ ਠੀਕ ਆ। Most historians of technology credit the Chinese with its discovery। ਬਹੁਤ ਸਾਰੇ ਹਿਸਟੋਰੀਅਨਸ ਕੀ ਕਹਿੰਦੇ ਨੇ ਕਿ ਚਾਈਨੀਜ਼ ਨੇ ਇਹਦੀ ਡਿਸਕਵਰੀ ਕੀਤੀ ਠੀਕ ਆ। ਤੇ ਸਾਨੂੰ ਪਤਾ ਲੱਗ ਗਿਆ ਬਲੈਕ ਪਾਊਡਰ ਦੀ ਡਿਸਕਵਰੀ ਕਿੰਨੇ ਕੀਤੀ ਚਾਈਨੀਜ਼ ਦੀ। ਤੇ ਮੈਨੂੰ ਲੱਗਦਾ ਸਾਨੂੰ ਸਾਡਾ ਫਰਸਟ ਆਨਸਰ ਮਿਲ ਗਿਆ ਆ ਬਲੈਕ ਪਾਊਡਰ ਚਾਈਨੀਜ਼ ਆ ਜੀ ਨੰਬਰ A ਤੇ। ਤਾਂ 7 ਦੇ ਅੱਗੇ ਕੀ ਆ ਜਾਊਗਾ A ਠੀਕ ਆ। ਅਗਲਾ ਸਾਡਾ ਹੈਗਾ ਰੌਕੇਟ ਪ੍ਰੋਪੈਲਡ ਐਰੋਜ਼ ਫॉर ਫਾਈਟਿੰਗ ਠੀਕ ਆ। ਹੁਣ ਆਪਾਂ ਰੌਕੇਟ ਪ੍ਰੋਪੈਲਡ ਐਰੋਜ਼ ਲੱਭਣੇ ਆ ਜਾਂ ਉਸ ਤੋਂ ਇਲਾਵਾ ਸਾਨੂੰ ਇੱਥੇ ਕੋਈ ਕਾਮਨ ਵਰਡ ਲੱਭਦਾ ਤੇ ਓਕੇ ਹਾਂ ਇੱਥੋਂ ਤੱਕ ਅਸੀਂ ਵੇਖ ਲਿਆ ਸੀ ਚਾਈਨੀਜ਼ अर्ਲੀ ਡਿਵੀਜ਼ਨ। ਫਿਰ ਬਲੈਕ ਪਾਊਡਰ ਦੀ ਗੱਲ ਹੋ ਰਹੀ ਹਾਲੇ ਤੱਕ ਵੀ ਇੱਥੇ ਹਨਾ ਤੇ ਓਕੇ ਪ੍ਰੋਪੈਲਡ ਫਾਇਰ। ਹੁਣ ਆ ਵੇਖੋ ਮੈਨੂੰ ਲੋਕੇਸ਼ਨ ਲੱਭ ਗਈ। ਬਾय 13th century powder propelled fire arrows had become rather common। The Chinese relied on this type of technological development to produce incendiary projectiles of many sorts explosive grenades and possibly cannons to repel their enemies। ਅੱਛਾ ਆਹ ਪਤਾ ਲੱਗ ਗਿਆ ਕਿ ਚਾਈਨੀਜ਼ ਇਹਨਾਂ ਤੇ ਰਿਲਾਈ ਕੀਤੇ 13th century ਦੇ ਵਿੱਚ ਪਾਊਡਰ ਪ੍ਰੋਪੈਲਡ ਫਾਇਰ ਐਰੋਜ਼ ਜਿਹੜੇ ਉਹ ਵਰਤਣ ਲੱਗ ਪਏ ਤੇ ਚਾਈਨੀਜ਼ ਜਿਹੜੇ ਇਹ ਚੀਜ਼ਾਂ ਯੂਜ਼ ਕਰਦੇ ਸੀ। ਸਾਨੂੰ ਫੇਰ ਪਤਾ ਲੱਗ ਗਏ ਦੋਹੇ ਵਰਡਸ ਠੀਕ ਆ। ਚਾਈਨੀਜ਼ ਰਿਲਾਈਡ ਔਨ ਦਿਸ ਟਾਈਪ ਆਫ ਟੈਕਨੋਲੋਜੀਕਲ ਡਿਵੈਲਪਮੈਂਟ ਟੂ ਪ੍ਰੋਡਿਊਸ ਦਿਸ ਐਂਡ ਦਿਸ। ਸੋ ਪਤਾ ਲੱਗ ਗਿਆ ਇਹਦਾ ਆਨਸਰ ਵੀ ਚਾਈਨੀਜ਼ ਸੀਗਾ ਠੀਕ ਆ। ਸੋ ਜਿਹੜੇ ਰੌਕੇਟ ਪ੍ਰੋਪੈਲਡ ਐਰੋਜ਼ ਨੇ ਉਹ ਫਾਈਟਿੰਗ ਲਈ ਯੂਜ਼ ਕੀਤੇ ਪਹਿਲਾਂ ਚਾਈਨੀਜ਼ ਨੇ
ਤੇ ਇਹਦਾ ਆਨਸਰ ਵੀ ਕੀ ਆ ਜਾਣਾ ਹੈ ਜੀ A, ਠੀਕ ਆ। ਦੈਨ ਹੈਗਾ ਰॉकेट्स ਐਜ਼ ਵਾਰ ਵੈਪਨਸ, ਠੀਕ ਆ। ਰॉकेट ਵਾਰ ਦੀ ਵੈਪਨ ਕਿੰਨੇ ਬਣਾ ਕੇ ਯੂਜ਼ ਕੀਤੇ ਸੀਗੇ ਆਹ ਮੈਂ ਤੁਹਾਨੂੰ ਦੱਸ ਦਿੰਦੀ ਫਾਈਟਿੰਗ ਲਈ। ਆ ਇੱਥੇ ਅੱਗੇ ਐਕਸਪਲੇਨ ਵੀ ਕੀਤਾ ਹੋਇਆ। ਵਨ ਸੱਚ ਵੈਪਨ ਵਾਸ ਬਾਸਕਟ ਆਫ ਫਾਇਰ ਡਾਇਰੈਕਟਲੀ ਟ੍ਰਾਂਸਲੇਟ ਫਰੋਮ ਚਾਈਨਾਸ, ਜਿਹਦਾ ਮਤਲਬ ਹੈਗਾ ਐਰੋਜ਼ ਲਾਈਕ ਫਲਾਈਂਗ ਲੈਪਰਡਸ। ਤੇ ਇੱਥੇ ਤੁਸੀਂ ਦੱਸਿਆ ਹੈ ਪੋਸੀਬਲੀ ਕੈਨਨਸ ਟੂ ਰਿਪੈਲ देयर ਐਨੀਮੀਜ਼, ਆਪਣੇ ਐਨੀਮੀਜ਼ ਨੂੰ ਰਿਪੈਲ ਕਰਨ ਲਈ, ਮਤਲਬ ਓਬਵੀਅਸਲੀ ਫਾਈਟਿੰਗ ਲਈ ਯੂਜ਼ ਕੀਤੇ ਪ੍ਰੋਪਰ ਫਾਇਰ ਐਰੋਜ਼, ਠੀਕ ਆ। ਅੱਛਾ ਨੈਕਸਟ ਵੇਖਦੇ ਹਾਂ ਕੋਈ ਰੈਲੀਵੈਂਟ ਵਰਡ। ਮੈਂ ਸਕਿਮ ਸਕੈਨ ਕਰ ਰਹੀ। ਓਕੇ ਰॉकेट ਦੀ ਗੱਲ ਆ ਗਈ, ਠੀਕ ਆ। rocket placed in a similar position to other rocket propelled arrows was designed a small iron फिर रॉकेट्स की गल आ रही बट सानू कुछ लभ नहीं रहा। Okay, the incentive for the more aggressive use of rockets came not from within the Europe continent but from far away India। ਵੇਖਿਆ ਜੀ more aggressive use of rockets ਕਿੰਨੇ ਕੀਤਾ ਹੈਗਾ ਇੰਡੀਅਨ ਨੇ, ਜਿਨ੍ਹਾਂ ਦੇ ਲੀਡਰ ਨੇ ਇਹਨਾਂ ਨੂੰ ਕਾਹਦੇ ਲਈ ਯੂਜ਼ ਕੀਤਾ ਬ੍ਰਿਟਿਸ਼ਰਸ ਦੇ ਅਗੇਂਸਟ, ਠੀਕ ਆ। ਬ੍ਰਿਟਿਸ਼ਰਸ ਦੇ ਅਗੇਂਸਟ ਇੰਡੀਅਨਸ ਨੇ ਰॉकेट्स ਨੇ ਯੂਜ਼ ਕੀਤਾ। ਤੇ ਇਹਦਾ ਮਤਲਬ ਇਹ ਕਾਹਦੇ ਲਈ ਆ ਵਾਰ ਲਈ ਯੂਜ਼ ਹੋਏ। रॉकेट्स एज वॉर वैपन्स 9 ਚ ਕਿੰਨਾ ਯੂਜ਼ ਕੀਤਾ ਇੰਡੀਅਨਸ ਨੇ, ਇੰਡੀਅਨ ਸੀਗਾ ਜੀ ਸਾਡੇ ਕੋਲ B, ਤਾਂ ਇਹਦਾ ਆਨਸਰ ਆ ਜਾਣਾ ਆ B। ਮੈਨੂੰ ਉਮੀਦ ਆ ਤੁਸੀਂ ਫੋਲੋ ਅਪ ਕਰ ਰਹੇ ਹੋਵੋਗੇ ਕਿ ਮੈਂ ਕਿਵੇਂ ਕਰ ਰਹੀ ਹਾਂ। ਅੱਛਾ ਲਾਸਟ ਹੈ ਜੀ ਰॉकेट लॉन्चर। In early 19th century of British began to experiment with incendiary barrage rockets. The British rocked different from the Indian ਵਰਜਨ ਇਜ਼ ਓਕੇ। ਹੁਣ ਕਹਿ ਰਿਹਾ ਕਿ ਬ੍ਰਿਟਿਸ਼ਰਸ ਨੇ ਵੀ ਬਾਅਦ ਚੋਂ ਉੱਤੇ ਸਰਚ ਕਰਨੀ ਸ਼ੁਰੂ ਕਰਤੀ। ਜਿਹੜਾ ਬ੍ਰਿਟਿਸ਼ਰ ਸੀ ਉਹਨਾਂ ਦਾ ਰਾਕਟ ਇੰਡੀਅਨ ਵਰਜਨ ਤੋਂ ਬਿਲਕੁਲ ਡਿਫਰੈਂਟ ਸੀਗਾ। ਉਸ ਤੋਂ ਬਾਅਦ ਓਕੇ ਅਮਰੀਕਨਸ ਦੀ ਗੱਲ ਆਉਂਦੀ ਆ। ਅਮਰੀਕਨਸ ਜਿਹੜੇ ਉਹਨਾਂ ਨੇ ਵੀ ਡਿਵੈਲਪ ਕੀਤਾ ਇੱਕ ਰਾਕਟ ਕੰਪਲੀਟ ਵਿਦ ਇਟਸ ਓਨ ਲਾਂਚਰ। ਅਮਰੀਕਨਸ ਨੇ ਆਪਣੇ ਲਾਂਚਰ ਦੇ ਨਾਲ ਹੀ ਇੱਕ ਰਾਕਟ ਬਣਾਇਆ, ਮਤਲਬ ਰਾਕਟ ਵਿਦ ਲਾਂਚਰ ਮਤਲਬ ਰਾਕਟ ਲਾਂਚਰ, ਠੀਕ ਆ। ਉਹ ਕਿਹਨਾਂ ਨੇ ਡਿਵੈਲਪ ਕੀਤਾ ਅਮਰੀਕਨਸ ਨੇ, ਠੀਕ ਆ। ਤੇ ਸਾਡਾ ਸੀਗਾ ਜੀ ਰਾਕਟ ਲਾਂਚਰ, ਉਹ ਕੀਤਾ ਅਮਰੀਕਨਸ ਨੇ, ਅਮਰੀਕਨ ਆ E ਤੇ ਸਾਡਾ ਆਨਸਰ ਕਿੱਦਾਂ ਆ ਗਿਆ E 10th ਦਾ, ਠੀਕ ਆ। ਤਾਂ ਇਹ ਕਿਵੇਂ ਮੈਂ ਲੱਭੇ ਆਨਸਰਸ ਮੈਨੂੰ ਆਸ ਹੈ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ। ਜੇ ਫਿਰ ਵੀ ਕੋਈ ਡਾਊਟ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ, ਮੈਂ ਐਕਸਪਲੇਨ ਕਰ ਦੂੰਗੀ। ਤੇ ਨੈਕਸਟ ਅਸੀਂ ਚੱਲਦੇ ਹਾਂ ਜੀ ਟੇਬਲ ਕੰਪਲੀਸ਼ਨ ਦੇ ਵੱਲ। ਤਾਂ ਟੇਬਲ ਕਿਵੇਂ ਕੰਪਲੀਟ ਕਰਨਾ ਆ ਤੁਸੀਂ ਵੇਖੋ ਸਾਨੂੰ 9 ਤੋਂ 13 ਤੱਕ ਜਿਹੜੇ ਕੁਐਸਚਨਸ ਨੇ ਆਪਾਂ ਆਨਸਰ ਕਰਨਾ। ਇੱਕ ਟੇਬਲ ਬਣਿਆ ਹੋਇਆ, ਇਹ 'ਚ ਆਪਾਂ ਵੇਖਣਾ ਪਹਿਲਾਂ ਤੇ ਇੰਸਟਰਕਸ਼ਨ ਰੀਡ ਕਰਦੇ ਹਾਂ ਕਿ no more than 3 words, ਠੀਕ ਆ। ਆਪਾਂ 3 ਵਰਡਸ ਤੋਂ ਵੱਧ ਜੀ ਲਿਖਣੇ ਨਹੀਂ ਆ। ਇਹਦੇ ਆਨਸਰ 'ਚ ਜੇ 3 ਤੋਂ ਵੱਧ ਲਿਖਾਂਗੇ ਤੇ ਗਲਤ ਹੋ ਜਾਊਗਾ, ਠੀਕ ਆ। ਤੇ ਕਹਿੰਦੇ ਆਪਣੀ ਆਨਸਰ ਸ਼ੀਟ ਤੇ ਆਨਸਰ ਦੇਣਾ, ਇਸ ਤੋਂ ਵੱਧ ਕੁਛ ਨਹੀਂ ਲਿਖਿਆ। ਹੁਣ ਅਸੀਂ ਟੇਬਲ ਨੂੰ ਧਿਆਨ ਨਾਲ ਵੇਖਣਾ ਜਦੋਂ ਟੇਬਲ ਕੰਪਲੀਸ਼ਨ ਕਰਨੀ ਆ। ਤੇ ਸਭ ਤੋਂ ਪਹਿਲਾਂ ਵੇਖੋ ਇੱਧਰ ਕੀ ਆ ਸਪੀਸ਼ੀਜ਼, ਠੀਕ ਆ। ਕੁਝ ਸਪੀਸ਼ੀਜ਼ ਦਿੱਤੀਆਂ ਹੋਈਆਂ ਨੇ ਤੇ ਬਾਅਦ ਚੋਂ ਉਹਨਾਂ ਦੇ ਫੀਚਰਸ ਦੀ ਗੱਲ ਕੀਤੀ ਆ ਕਿ ਉਹੀ ਸਪੀਸ਼ੀਜ਼ ਦਾ ਸਾਈਜ਼ ਕੀ ਸੀ, ਕਿਹੜਾ ਪ੍ਰੈਫਰਡ ਕਲਾਈਮੇਟ ਆ, ਕੰਪਲੀਮੈਂਟਰੀ ਸਪੀਸ਼ੀਜ਼, ਸਟਾਰਟ ਆਫ ਐਕਟਿਵ ਪੀਰੀਅਡ ਕੀ ਆ, ਨੰਬਰ ਆਫ ਜਨਰੇਸ਼ਨਸ ਪਰ ਈਅਰ, ਠੀਕ ਆ। ਆ ਸਾਰੀ ਇਨਫੋਰਮੇਸ਼ਨ ਕੁਛ ਦਿੱਤੀ ਆ, ਜਿਹੜੀ ਨਹੀਂ ਦਿੱਤੀ ਉਹ ਅਸੀਂ ਪੈਸੇਜ 'ਚ ਲੱਭ ਕੇ ਆ ਟੇਬਲ ਨੂੰ ਕੰਪਲੀਟ ਕਰਨਾ। ਅੱਛਾ ਸਪੀਸ਼ੀਜ਼ ਕਿਹੜੀ, ਇੱਕ ਫ੍ਰੈਂਚ ਦੀ ਗੱਲ ਹੋਈ, ਫਿਰ ਸਪੈਨਿਸ਼ ਸਪੀਸ਼ੀਜ਼ ਦੀ ਗੱਲ ਹੋਈ, ਫਿਰ ਸਾਊਥ ਅਫਰੀਕਨ ਬਾਲ ਰੋਲਰ ਦੀ ਗੱਲ ਹੋਈ ਆ। ਤੇ ਇਹ ਅਸੀਂ ਤਾਂ ਹਾਈਲਾਈਟ ਕੀਤਾ ਕਿ ਇਹਨਾਂ ਨੂੰ ਅਸੀਂ ਵੇਖਣਾ ਪੈਸੇਜ 'ਚ ਕਿੱਥੇ ਨੇ ਤੇ ਤੁਹਾਨੂੰ ਲੋਕੇਸ਼ਨ ਪਤਾ ਲੱਗ ਜੂਗੀ। ਇੱਕ ਅਸੀਂ ਆਹ ਵੀ ਵੇਖ ਲੈਂਦੇ ਹਾਂ ਨੰਬਰਸ, ਇਹਨਾਂ ਤੋਂ ਵੀ ਅਸੀਂ ਲੋਕੇਸ਼ਨ ਹਾਈਲਾਈਟ ਕਰ ਸਕਦੇ ਹਾਂ ਕਿਉਂਕਿ ਇਹਦੇ ਅਰਾਊਂਡ ਹੀ ਬਾਕੀ ਜਿਹੜੇ ਆਨਸਰਸ ਉਹ ਵੀ ਹੋਣੇ ਆ। ਹੁਣ ਸਭ ਤੋਂ ਪਹਿਲਾਂ ਅਸੀਂ ਕੀ ਲੱਭਣਾ ਤੁਸੀਂ ਵੇਖੋ ਤੇ ਪਹਿਲੀ ਬਲੈਂਕ ਆ 9, ਠੀਕ ਆ। ਤੁਸੀਂ 9 ਵੇਖੋ ਕੀ ਆ ਪ੍ਰੈਫਰਡ ਕਲਾਈਮੇਟ, ਬੇਸਿਕਲੀ ਇੱਥੇ ਕੀ ਆਉਣਾ ਸਾਨੂੰ ਇਹਨਾਂ ਆਈਡੀਆ ਹੋ ਗਿਆ ਕਲਾਈਮੇਟ ਕਿੱਦਾਂ ਦਾ ਚਾਹੀਦਾ। ਤੇ ਸਾਹਮਣੇ ਇੱਧਰ ਕੀ ਹੈ ਸਪੈਨਿਸ਼, ਮਤਲਬ ਸਪੈਨਿਸ਼ ਤੇ ਜਿੱਥੇ ਵੀ ਸਪੈਨਿਸ਼ ਨਾਲ ਰਿਲੇਟਡ ਕਲਾਈਮੇਟ ਦੱਸਿਆ ਹੋਊਗਾ ਉੱਥੇ ਸਾਡਾ ਆਨਸਰ ਹੋਣਾ, ਠੀਕ ਆ। ਚਲੋ ਇਹਨੂੰ ਵੇਖਦੇ ਹਾਂ ਪਹਿਲਾਂ। ਸਪੈਨਿਸ਼ ਤੇ ਕਲਾਈਮੇਟ ਯਾਦ ਰੱਖਣੇ ਦੋ ਵਰਡਸ। Okay, ਆ ਵੇਖੋ the shallowest tunnels belong to a much smaller Spanish species that buries dung in chambers that hang like fruit from the branches of pear। Okay, ਅੱਗੇ ਸਾਊਥ ਅਫਰੀਕਨਸ ਦੀ ਗੱਲ ਹੁੰਦੀ ਆ, ਉੱਥੇ ਸਾਨੂੰ ਇਸ ਲਾਈਨ 'ਚ ਸਪੈਨਿਸ਼ ਨਾਲ ਰਿਲੇਟਡ ਟੈਂਪਰੇਚਰ ਕੋਈ ਨਹੀਂ ਲੱਭਾ। ਨੈਕਸਟ ਪੈਰੇ ਤੇ ਆਏ ਨੇ ਆ for maximum dung burial in spring, summer and autumn
Farmers require a variety of species with overlapping periods of activity. In the cooler environments of the state of Victoria, the large French species. ਆ ਫ੍ਰੈਂਚ ਵੀ ਅਸੀਂ ਵੇਖਣਾ ਹੈ, ਚਲੋ ਤਾਂ ਫ੍ਰੈਂਚ ਨੂੰ ਵੀ ਅੰਡਰਲਾਈਨ ਕਰ ਲੈਂਦੇ ਆ। ਓਕੇ ਫ੍ਰੈਂਚ, ਆ ਫ੍ਰੈਂਚ ਸਪੀਸ਼ੀਜ਼ ਦੀ ਗੱਲ ਹੋਣ ਦੀ, ਠੀਕ ਆ। is matched with smaller ਟੈਂਪਰੇਟ ਕਲਾਈਮੇਟ ਸਪੈਨਿਸ਼ ਸਪੀਸ਼ੀਜ਼। ਇੱਥੇ ਕੰਪੇਅਰ ਕੀਤਾ ਜੀ ਫ੍ਰੈਂਚ ਤੇ ਸਪੈਨਿਸ਼ ਨੂੰ। ਹੁਣ ਸਾਨੂੰ ਪਤਾ ਲੱਗ ਗਿਆ ਵਿਦ ਸਮਾਲਰ ਟੈਂਪਰੇਟ ਕਲਾਈਮੇਟ ਸਪੈਨਿਸ਼ ਸਪੀਸ਼ੀਜ਼, ਮਤਲਬ ਸਪੈਨਿਸ਼ ਦੇ ਨਾਲ ਆਪਾਂ ਰਿਲੇਟਡ ਕਲਾਈਮੇਟ ਲੱਭ ਰਹੇ ਸੀ। ਕਲਾਈਮੇਟ ਕਿਹੜਾ ਹੈ ਜੀ? ਟੈਂਪਰੇਟ। ਸਾਨੂੰ ਆਂਸਰ ਪਤਾ ਲੱਗ ਗਿਆ ਪਹਿਲੇ ਦਾ। ਪਹਿਲੇ ਦਾ ਆਂਸਰ ਕੀ ਹੈ ਜੀ? ਟੈਂਪਰੇਟ, ਹਾਂ ਬਿਲਕੁਲ। ਟੀ ਈ ਐਮ ਪੀ ਆਰ ਏ TE ਟੈਂਪਰੇਟ, ਠੀਕ ਆ। ਤੇ ਨੈਕਸਟ ਅਸੀਂ ਵੇਖਣਾ ਆ ਸਟਾਰਟ ਆਫ ਐਕਟਿਵ ਪੀਰੀਅਡ, ਠੀਕ ਆ। ਹੁਣ ਐਕਟਿਵ ਪੀਰੀਅਡ ਕਦੋਂ ਸਟਾਰਟ ਹੁੰਦਾ? ਆਹੀ ਜੇ ਮੈਂ ਲਾਈਨਸ ਨੂੰ ਕੰਟੀਨਿਊ ਕਰਾਂ, ਦ ਫਾਰਮਰ ਆਰ ਸਲੋਵਰ। ਫਾਰਮਰ ਮਤਲਬ ਜਿਨ੍ਹਾਂ ਦੀ ਪਹਿਲਾਂ ਗੱਲ ਹੋਈ, ਇੱਥੇ ਫ੍ਰੈਂਚ ਦੀ ਪਹਿਲਾਂ ਗੱਲ ਹੋਈ, ਮਤਲਬ ਇਹ ਫ੍ਰੈਂਚ ਨਾਲ ਰਿਲੇਟਡ ਲਾਈਨ ਆ। The farmer are slow to recover from the winter cold and produce only 1 or 2 generations of offspring from late spring until autumn, ठीक आ। ਇਹ ਫ੍ਰੈਂਚ ਦੀ ਗੱਲ ਹੋ ਗਈ। then the latter ਕੌਣ ਨੇ ਜੀ? latter ਆ ਸਪੈਨਿਸ਼, ਠੀਕ ਆ। latter which multiply rapidly in early spring, okay ਇੱਕ ਤੇ ਇਹਦਾ ਪਤਾ ਲੱਗ ਗਿਆ early spring। ਆਹ ਵੇਖੋ start of active period, active ਕਦੋਂ ਹੁੰਦੇ ਨੇ? early spring ਵਿੱਚ, ਠੀਕ ਆ। ਮੈਂ ਇਹਦਾ ਆਂਸਰ ਸਾਨੂੰ ਲੱਭ ਗਿਆ early spring, ਠੀਕ ਆ ਜੀ। start of active period early spring। ਅਗਲਾ ਕੁਐਸਚਨ ਹੈ number of generations per year, ਇੱਕ year ਚ ਕਿੰਨੀਆਂ generations ਹੁੰਦੇ? 11th ਆਂਸਰ, ਠੀਕ ਆ। ਕਿੱਥੇ ਸੀ ਅਸੀਂ? start of early spring produce 2 to 5 generations annually, ਇੱਕ ਸਾਲ ਚ ਮਤਲਬ annually ਕਿੰਨੀਆਂ generations ਆ? 2 to 5। ਇਹਦਾ ਮਤਲਬ ਸਾਡੇ ਨੈਕਸਟ ਦਾ ਆਂਸਰ ਕੀ ਹੋਇਆ? 2 to 5। ਤੁਸੀਂ ਵੇਖ ਸਕਦੇ ਹੋ ਇੱਕੋ ਲਾਈਨ ਚ ਮੈਨੂੰ 3 ਆਂਸਰ ਲੱਭ ਗਏ, ਠੀਕ ਆ। ਬਸ ਸਹੀ ਤਰ੍ਹਾਂ ਲੋਕੇਸ਼ਨਸ ਸਕਿਮ ਐਂਡ ਸਕੈਨ ਕਰਕੇ ਲੱਭਣ ਦੀ ਲੋੜ ਹੁੰਦੀ, ਠੀਕ ਆ। ਨੈਕਸਟ ਹੈ ਫਿਰ ਸਾਊਥ ਅਫਰੀਕਨ ਬਾਲ ਰੋਲਰ, ਤੇ ਇਹਦਾ ਪ੍ਰੈਫਰਡ ਪਹਿਲਾਂ ਕਲਾਈਮੇਟ ਦੱਸਣਾ, ਫਿਰ ਇਹਦੀਆਂ ਕੰਪਲੀਮੈਂਟਰੀ ਸਪੀਸ਼ੀਜ਼ ਦੱਸਣੀਆਂ, ਠੀਕ ਆ ਜੀ। ਸਾਊਥ ਅਫਰੀਕਨ ਬਾਲ ਰੋਲਰ ਐਨੂਅਲੀ, ਉਹਦੀ ਹੀ ਗੱਲ ਹੋ ਰਹੀ ਨੈਕਸਟ ਲਾਈਨ ਚ। ਤੁਸੀਂ ਵੇਖ ਸਕਦੇ ਹੋ ਦਾ ਸਾਊਥ ਅਫਰੀਕਨ ਬਾਲ ਰੋਲਰ species being a subtropical beetle prefers the climate of northern and coastal New South Wales, which is commonly work with the South African tunneling species, ठीक आ। पहली गल ते ਟੈਂਪਰੇਚਰ ਦੀ ਗੱਲ ਹੀ ਹੋਏਗਾ ਸਬ ਟ੍ਰੋਪੀਕਲ। ਦੂਜੀ ਗੱਲ ਉਹਦੀਆਂ ਦੂਜੀਆਂ ਸਪੀਸ਼ੀਜ਼ ਜਿਹੜੀਆਂ ਉਹ ਹੈਗੀਆਂ ਟਨਲਿੰਗ, ਠੀਕ ਆ। ਸਾਊਥ ਅਫਰੀਕਨ ਟਨਲਿੰਗ ਸਪੀਸ਼ੀਜ਼। ਪ੍ਰੈਫਰਡ ਕਲਾਈਮੇਟ ਕੀ ਅਸੀਂ ਪੜ੍ਹਿਆ ਜੀ ਹੁਣੇ? ਸਬ ਟ੍ਰੋਪੀਕਲ, ਹਨਾ। ਸਬ ਟ੍ਰੋਪੀਕਲ ਜੋ ਵੀ ਆ, ਠੀਕ ਆ। ਤੇ ਨੈਕਸਟ ਹੈਗਾ ਕੰਪਲੀਮੈਂਟਰੀ ਸਪੀਸ਼ੀਜ਼। ਕੰਪਲੀਮੈਂਟਰੀ ਸਪੀਸ਼ੀਜ਼ ਕਿਤੇ ਆ ਵੇਖੋ ਟਨਲਿੰਗ ਸਪੀਸ਼ੀਜ਼, ਠੀਕ ਆ। TUNNELING, ਇਹਦਾ ਸਪੈਲਿੰਗਸ ਦਾ ਖਾਸ ਧਿਆਨ ਰੱਖਣਾ ਜੀ, ਤਾਂ ਆਪਣੀ ਸ਼ੀਟਸ ਤੇ ਲਿਖਣਾ, ਠੀਕ ਆ ਜੀ। ਮੈਨੂੰ ਉਮੀਦ ਆ ਵੀ ਤੁਹਾਨੂੰ ਆਹ ਵੀ ਸਮਝ ਲੱਗ ਗਿਆ ਹੋਊਗਾ ਕਿੱਦਾਂ। ਜੇ ਸਟਿਲ ਇਹ 'ਚ ਵੀ ਕੋਈ ਡਾਊਟ ਆ ਤੇ ਤੁਸੀਂ ਕਮੈਂਟ ਕਰ ਸਕਦੇ ਹੋ। ਤੀਜੀ ਟਾਈਪ ਆ ਜੀ ਆਪਣੀ ਫਲੋ ਚਾਰਟ, ਠੀਕ ਆ। ਫਲੋ ਚਾਰਟ ਕਿੱਦਾਂ ਕਰਨਾ ਹੈ? ਹੁਣ ਤੁਸੀਂ ਵੇਖ ਸਕਦੇ ਹੋ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਕਿਹਾ ਆ ਕਿ ਇਹ 'ਚ 2 ਵਰਡਸ ਤੋਂ ਵੱਧ ਨਹੀਂ ਲਿਖਣਾ, ਮਤਲਬ ਜੇ ਅਸੀਂ 2 ਵਰਡਸ ਤੋਂ ਵੱਧ ਲਿਖਿਆ ਤੇ ਸਾਡਾ ਆਂਸਰ ਹੋ ਜਾਣਾ ਗਲਤ। ਇਸ ਗੱਲ ਦਾ ਅਸੀਂ ਖਾਸ ਧਿਆਨ ਰੱਖਣਾ, ਠੀਕ ਆ। ਉਸ ਤੋਂ ਬਾਅਦ ਚੋਂ ਪਹਿਲਾਂ ਸਭ ਤੋਂ ਕੁਐਸਚਨਸ ਵੇਖਣੇ ਹੁੰਦੇ ਆ। ਜਿਵੇਂ ਵੇਖੋ ਇਹ 'ਚ ਕੀ ਕਰਨਾ, ਹਾਊ ਅ ਕੈਲੋਰੀ ਰਿਸਟ੍ਰਿਕਸ਼ਨ ਮੈਮਿਕ ਵਰਕਸ, ਕਿ ਇੱਕ ਕੈਲੋਰੀ ਰਿਸਟ੍ਰਿਕਸ਼ਨ ਮੈਮਿਕ ਵਰਕ ਕਿੱਦਾਂ ਕਰਦਾ। ਇਹ 'ਚ ਮੇਨ ਕੀਵਰਡ ਕੀ ਹੋ ਗਿਆ ਸਾਡਾ? ਕੈਲੋਰੀ ਰਿਸਟ੍ਰਿਕਸ਼ਨ ਮੈਮਿਕ, ਠੀਕ ਆ। ਫਿਰ CR ਮੈਮੈਟਿਕ ਤੋਂ ਪ੍ਰੋਸੈਸ ਪੁੱਛਿਆ ਆ ਕੀ ਹੁੰਦਾ ਆ? ਲੈਸ ਡੈਸ਼ ਇਜ਼ ਪ੍ਰੋਸੈਸਡ। ਹੁਣ ਆਪਾਂ ਆਪਣੇ ਪੈਰਾਗ੍ਰਾਫ 'ਚ ਕੀ ਲੱਭਣਾ ਕਿ ਕਿਹੜੀ ਚੀਜ਼ ਆ ਜਿਹੜੀ ਘੱਟ ਪ੍ਰੋਸੈਸ ਕੀਤੀ ਜਾਂਦੀ ਆ CR ਮੈਮੈਟਿਕ ਤੋਂ, ਠੀਕ ਆ। ਉਸ ਤੋਂ ਬਾਅਦ ਚੋਂ ਕੀ ਆ? ਨੈਕਸਟ ਸਟੈਪ ਦੇ ਵਿੱਚ ATP ਜਿਹੜਾ ਆ ਉਹਦੀ ਪ੍ਰੋਡਕਸ਼ਨ ਡਿਕਰੀਜ਼ ਹੁੰਦੀ ਆ। ਉਹਦੇ ਨਾਲ ਰਿਲੇਟਡ 2 ਥਿਓਰੀਜ਼ ਨੇ, ਠੀਕ ਆ। ਥਿਓਰੀ 1 ਕੀ ਕਹਿੰਦੀ ਆ ਕਿ ਜਿਹੜਾ ਸੈੱਲ ਆ ਉਹ ਲੈਸ ਡੈਮੇਜ ਹੁੰਦਾ ਆ ਡਿਸੀਜ਼ ਦੇ ਨਾਲ, ਕਿਉਂਕਿ ਫਿਊਵਰ ਡੈਸ਼ ਆਰ ਐਮਿਟਡ, ਕਿ ਕਿਹੜੀ ਚੀਜ਼ ਆ ਜਿਹੜੀ ਫਿਊਵਰ ਘੱਟ ਜਨਰੇਟ ਹੁੰਦੀ, ਠੀਕ ਆ। ਆਹ ਲੱਭਣਾ। ਥਿਓਰੀ ਸੈਕਿੰਡ ਕੀ ਆ? ਸੈੱਲ ਫੋਕਸ ਕਰਦਾ ਆ ਔਨ
ਡੈਸ਼ ਬਿਕਾਜ਼ ਫੂਡ ਇਜ਼ ਇਨ ਸ਼ਾਰਟ ਸਪਲਾਈ। ਹੁਣ ਫੂਡ ਸ਼ਾਰਟ ਸਪਲਾਈ ਜਾਂ ਇਸ ਕਰਕੇ ਸੈੱਲ ਕਿਸ ਚੀਜ਼ ਤੇ ਫੋਕਸ ਕਰਦਾ ਸੀ ਆ ਲੱਭਣਾ। ਸਾਡਾ ਸਭ ਤੋਂ ਪਹਿਲਾ ਕੰਮ ਆ ਕੈਲਰੀ ਰਿਸਟ੍ਰਿਕਸ਼ਨ ਮੈਮੈਟਿਕ ਕਿੱਥੇ ਆ ਉਹ ਲੱਭੋ। ਉਸ ਤੋਂ ਬਾਅਦ ਉਹ ਕਿਹੜੀ ਚੀਜ਼ ਹੈ ਜਿਹਨੂੰ ਘੱਟ ਪ੍ਰੋਡਿਊਸ ਕਰਦਾ ਲੈਸ। ਮੈਂ ਲੈਸ ਜਾਂ ਇਹਦੇ ਸਿਨੋਨਿਮਸ ਤੇ ਵੱਧ ਧਿਆਨ ਦੇਣਾ ਠੀਕ ਆ ਜੀ। ਚਲੋ ਵੇਖਦੇ ਹਾਂ। ਪਹਿਲਾਂ ਮੈਨੂੰ ਪਤਾ ਮੇਰਾ ਵਰਡ ਕੀ ਆ। ਸਕੀਮ ਸਕੈਮ ਕੀਤਾ ਚਾਤੀ ਮਾਰੀ ਮੈਨੂੰ ਮੇਰਾ ਵਰਡ ਇੱਥੇ ਲੱਭਣ ਦਾ ਕੈਲਰੀ ਰਿਸਟ੍ਰਿਕਸ਼ਨ ਮੈਮੈਟਿਕ ਠੀਕ ਆ ਮੈਨੂੰ ਪਤਾ ਆ ਉੱਪਰਲੇ ਪੈਰੇ ਚ ਨਹੀਂ ਮੈਂ ਥੱਲੜੇ ਚਾਹੂੰਗੀ। The best studied candidate was caloric D2 glucose. It has provided toxic ਮੈਂ ਇੱਥੇ ਹੁਣ ਲੈਸ ਜਾਂ ਦਾ ਸਿਨੋਨਿਮ ਵੇਖ ਰਹੀ ਹਾਂ ਠੀਕ ਹੈ ਜੀ। ਅੱਛਾ ਆਹ ਵੇਖੋ ਮਿਨੀਮਾਈਜ਼ ਮੈਨੂੰ ਵਰਡ ਲੱਭ ਗਿਆ ਮਿਨੀਮਾਈਜ਼। ਮਿਨੀਮਾਈਜ਼ ਮਤਲਬ ਕੀ ਆ ਕੋਈ ਚੀਜ਼ ਘਟਦੀ ਹੈ ਯਾਨੀ ਲੈਸ ਆ ਠੀਕ ਆ। ਇਹ ਲਾਈਨਸ ਨੂੰ ਹੁਣ ਮੈਂ ਧਿਆਨ ਨਾਲ ਪੜੂੰਗੀ। ਬਾਈ ਲਿਮਿਟਿੰਗ ਫੂਡ ਇਨਟੇਕ ਨੂੰ ਲਿਮਿਟ ਕਰਨ ਦੇ ਨਾਲ ਜਿਹੜੀ ਕੈਲਰੀ ਰਿਸਟ੍ਰਿਕਸ਼ਨ ਆ ਉਹ ਮਿਨੀਮਾਈਜ਼ ਕਰਦੀ ਆ ਦਾ ਅਮਾਊਂਟ ਆਫ ਗਲੂਕੋਜ਼ ਦੇ ਅਮਾਊਂਟ ਨੂੰ ਮਿਨੀਮਾਈਜ਼ ਕਰਦੀ ਆ ਜੋ ਕਿ ਸਾਡੇ ਸੈਲਸ ਦੇ ਵਿੱਚ ਐਂਟਰ ਕਰ ਰਿਹਾ ਹੁੰਦਾ ਆ ਐਂਡ ਡਿਕਰੀਜ਼ ਕਰਦੀ ਆ ਏਟੀਪੀ ਜਨਰੇਸ਼ਨ। ਹੁਣ ਇੱਥੇ ਵੇਖੋ ਲੈਸ ਕਰਦੀ ਆ ਗਲੂਕੋਜ਼ ਦੀ ਅਮਾਊਂਟ ਨੂੰ ਲੈਸ ਗਲੂਕੋਸਿਸ ਪ੍ਰੋਸੈਸਡ ਐਂਡ ਨਾਲ ਕੀ ਹੈਗਾ ਪ੍ਰੋਡਕਸ਼ਨ ਆਫ ਏਟੀਪੀਸ ਡਿਕਰੀਜ਼ਡ ਠੀਕ ਆ ਜੀ। ਇੱਥੇ ਕੀ ਆਉਣਾ ਗਲੂਕੋਜ਼। ਫਿਰ ਥਿਊਰੀ 1 ਆ cells less damaged by disease because fewer dash are emitted। ਕਿਹੜੀ ਚੀਜ਼ ਜਿਹੜੀ ਘੱਟ emit ਹੋਣ ਕਰਕੇ ਸੈੱਲ ਜਿਹੜਾ ਉਹ ਘੱਟ ਡੈਮੇਜ ਹੁੰਦਾ ਠੀਕ ਆ। When 2G is administered to animals that eat normally, glucose reaches cell in abundance, but the drug prevents most of it from being processed, thus reduces ATP synthesis। ਅੱਛਾ ਆਹ ਵੇਖੋ possibilities ਕਿਉਂ ਇੱਥੇ ਲਿਖਿਆ ਦੋ ਥਿਓਰੀਜ਼ ਆ ਥਿਓਰੀ 1 ਤੇ ਥਿਓਰੀ 2। ਥਿਓਰੀ ਨੂੰ ਇੱਥੇ ਕੀ ਲਿਖਿਆ ਹੋਇਆ ਪੋਸਿਬਿਲਿਟੀ 1 ਪੋਸਿਬਿਲਿਟੀ ਤੇ ਆ ਮੈਨੂੰ ਦਿਖ ਰਿਹਾ ਅਨਦਰ ਸੋ ਇੱਥੇ ਲਿਖਿਆ ਅਨਦਰ ਹਾਈਪੋਥੇਸਿਸ ਮਤਲਬ ਦੂਜੀ ਪੋਸਿਬਿਲਿਟੀ ਕੀ ਆ। 1 ਤੇ ਮੈਂ ਫੋਕਸ ਕਰੂੰਗੀ ਮੈਨੂੰ ਪਤਾ ਆਹ ਵਾਲੇ ਇੰਨੇ ਪੋਰਸ਼ਨ ਚ ਮੈਨੂੰ ਮੇਰੀ ਥਿਓਰੀ 1 ਵਾਲੀ ਬਲੈਂਕ ਲੱਭ ਜਾਣੀ ਆ ਤੇ ਇੰਨੇ ਚੋਂ ਥਿਓਰੀ 2 ਵਾਲੀ ਠੀਕ ਆ ਮੈਂ ਐਨਾਲਾਈਜ਼ ਕਰ ਲਿਆ। One possibility relates to ATP making machinery's emissions of free radicals ਕੀ emit ਕਰਦੇ ਆ emissions of free radicals which are thought to contribute to aging and to such age related disease as cancer by damaging cells। ਸਾਨੂੰ ਪਤਾ ਲੱਗ ਗਿਆ disease ਦੀ ਗੱਲ ਹੋ ਰਹੀ ਆ ਤੇ ਕਿਹੜੀ ਚੀਜ਼ਾਂ emit ਕਰਦੇ ਆ free radicals। ਇੱਥੇ ਵੇਖੋ fewer dash are emitted ਕੀ free radicals। free radicals ਹੁਣ ਦੂਜੀ ਥਿਓਰੀ ਕੀ ਆ ਸੈੱਲ ਫੋਕਸ ਕਰਦਾ ਕਾਦੇ ਤੇ ਡੈਸ਼ ਬਿਕਾਜ਼ ਫੂਡ ਦੀ ਸਪਲਾਈ ਸ਼ਾਰਟ ਹੁੰਦੀ ਆ ਫੂਡ ਦੀ ਸਪਲਾਈ ਘੱਟ ਹੋਣ ਕਰਕੇ ਸੈੱਲ ਕਾਤੇ ਫੋਕਸ ਕਰਦਾ ਅਨਦਰ ਤੇ ਆਏ ਨੇ। another hypothesis suggests that decreased processing of glucose could indicate to cells that food is scarce ਠੀਕ ਆ food ਦੀ supply ਘੱਟ ਹੋਣ ਕਰਕੇ and induce them to shift into an anti-aging mode that emphasize yani focus on preservation of the organism over such luxurious as growth and reproduction। ਓਕੇ ਪ੍ਰੀਜ਼ਰਵੇਸ਼ਨ ਤੇ ਧਿਆਨ ਦਿੰਦਾ ਕਿਉਂਕਿ ਉਹਨੂੰ ਇਦਾਂ ਲੱਗਦਾ ਕਿ ਫੂਡ ਦੀ ਸਪਲਾਈ ਘਟ ਗਈ ਆ ਠੀਕ ਆ। ਸੈਲ ਫੋਕਸ ਔਨ ਪ੍ਰੀਜ਼ਰਵੇਸ਼ਨ ਆ ਵੇਖੋ ਫੋਕਸ ਵਰਡ ਜਿਹੜਾ ਆ ਇਹ ਸਿਨੋਨਿਮ ਆ ਐਮਫੈਸਿਸ ਦਾ ਠੀਕ ਆ ਕਾਤੇ ਐਮਫਸਾਈਜ਼ ਕਰ ਦਿੰਦਾ ਪ੍ਰੀਜ਼ਰਵੇਸ਼ਨ ਤੇ ਤਾਂ ਇਹਦਾ ਮਤਲਬ ਇੱਥੇ ਕੀ ਆਉਣਾ ਪ੍ਰੀਜ਼ਰਵੇਸ਼ਨ। ਮੈਨੂੰ ਉਮੀਦ ਆ ਵੀ ਤੁਹਾਨੂੰ ਸਮਝ ਲੱਗ ਗਈ ਹੋਊਗੀ। ਆਈ ਹੋਪ ਕਿ ਤੁਹਾਨੂੰ ਆਹ ਤਿੰਨੇ ਟਾਈਪ ਸਮਝ ਲੱਗ ਗਈਆਂ ਹੋਣਗੀਆਂ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਹੋਰ 3-4 ਟਾਈਪਸ ਦੇ ਜਿਹੜੇ ਕੁਐਸਚਨਸ ਆ ਉਹ ਤੁਹਾਡੇ ਲਈ ਕਵਰ ਕਰਨ ਦੀ ਕੋਸ਼ਿਸ਼ ਕਰੂੰਗੀ। ਜੇ ਤੁਹਾਨੂੰ ਕੋਈ ਵੀ ਡਾਊਟ ਹੈ ਜਾਂ ਤੁਹਾਡੇ ਕੋਈ ਵੀ ਸੁਝਾਅ ਹੈ ਤੇ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਅੱਜ ਦੀ ਵੀਡੀਓ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਇਦਾਂ ਹੀ ਸਪੋਰਟ ਕਰਦੇ ਰਹੋ।